Good morning, my dear students. I hope you all are good and fine. I am your Punjabi teacher, and today we are going to start our second chapter of our grammar book, that is ਵਿਆਕਰਨ ਅਤੇ ਲਿਪੀ। ਵਿਆਕਰਨ ਅਤੇ ਲਿਪੀ ਦੋ ਅਲੱਗ-ਅਲੱਗ ਚੀਜ਼ਾਂ ਹਨ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਿਆਕਰਨ ਕੀ ਹੁੰਦਾ ਹੈ ਉਸ ਦੇ ਬਾਰੇ ਦੱਸਾਂਗੀ। ਸੋ ਬੱਚਿਓ, ਸਭ ਤੋਂ ਪਹਿਲਾਂ ਜਦੋਂ ਭਾਸ਼ਾ ਹੋਂਦ ਵਿੱਚ ਆਈ ਤਾਂ ਉਸ ਵੇਲੇ ਭਾਸ਼ਾ ਜਿਹੜੀ ਸੀਗੀ ਉਹ ਸਿਰਫ ਬੋਲੀ ਜਾਂਦੀ ਸੀ। ਇਸ ਦਾ ਕੋਈ ਸ਼ੁੱਧ ਰੂਪ ਨਹੀਂ ਸੀ, ਇਹ ਅਸ਼ੁੱਧ ਸੀ। ਸੋ ਸਮਾਂ ਬੀਤਣ ਦੇ ਨਾਲ ਇਸ ਨੂੰ ਸ਼ੁੱਧ ਬੋਲਣ ਦੀ ਲੋੜ ਮਹਿਸੂਸ ਕੀਤੀ ਗਈ। ਜਿਵੇਂ ਕਿ ਅਸੀਂ ਹੁਣ ਕੁਝ ਸੈਂਟੈਂਸ ਲਿਖਾਂਗੇ, ਜਿਸ ਤਰ੍ਹਾਂ ਮੈਂ ਜਾਣਾ ਹੈ ਜਲੰਧਰ। ਦੂਜਾ, ਤੈਨੂੰ ਨਹੀਂ ਆਉਂਦੀ ਸਮਝ ਗੱਲ। ਤੀਜਾ, ਐਵੇਂ ਨਹੀਂ ਕਰੀਦਾ ਹਾਸਾ ਮਜ਼ਾਕ ਨਾਲ ਕਿਸੇ। ਸੋ ਬੱਚੇ, ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਹ ਜੋ ਸੈਂਟੈਂਸ ਲਿਖੇ ਹਨ, ਮੈਂ ਜਾਣਾ ਹੈ ਜਲੰਧਰ, ਤੈਨੂੰ ਨਹੀਂ ਆਉਂਦੀ ਸਮਝ ਗੱਲ, ਐਵੇਂ ਨਹੀਂ ਕਰੀਦਾ ਹਾਸਾ ਮਜ਼ਾਕ ਨਾਲ ਕਿਸੇ, ਇਹ ਬੱਚੇ ਅਸ਼ੁੱਧ ਸੈਂਟੈਂਸ ਆ। ਅਤੇ ਇਹਨਾਂ ਸੈਂਟੈਂਸਸ ਨੂੰ ਹੁਣ ਆਪਾਂ ਸ਼ੁੱਧ ਰੂਪ ਵਿੱਚ ਲਿਖਾਂਗੇ, ਜਿਵੇਂ ਕਿ ਮੈਂ ਜਲੰਧਰ ਜਾਣਾ ਹੈ। ਇਹ ਬੱਚੇ ਅਸ਼ੁੱਧ ਹੈ ਅਤੇ ਇਹ ਜਿਹੜੇ ਸੈਂਟੈਂਸ ਹੈ ਉਹ ਇਹਨਾਂ ਦਾ ਹੀ ਰੂਪ ਹੈ ਜੋ ਕਿ ਸ਼ੁੱਧ ਰੂਪ ਹੈ। ਦੂਜਾ, ਤੈਨੂੰ ਗੱਲ ਸਮਝ ਨਹੀਂ ਆਉਂਦੀ, ਤੈਨੂੰ ਗੱਲ ਸਮਝ ਨਹੀਂ ਆਉਂਦੀ। ਅਤੇ ਹੁਣ ਤੀਜਾ ਸੈਂਟੈਂਸ ਬੱਚੇ ਕੀ ਬਣ ਜਾਏਗਾ? ਐਵੇਂ ਨਹੀਂ ਕਰੀਦਾ ਹਾਸਾ ਮਜ਼ਾਕ ਨਾਲ ਕਿਸੇ। ਇਸ ਦਾ ਬਣ ਜਾਵੇਗਾ ਕਿ ਐਵੇਂ ਕਿਸੇ ਨਾਲ ਹਾਸਾ ਮਜ਼ਾਕ ਨਹੀਂ ਕਰੀਦਾ। ਸੋ ਇਹ ਬੱਚੇ ਜਿਹੜੇ ਇੱਥੋਂ ਸਾਨੂੰ ਕਲੀਅਰ ਹੋ ਜਾਂਦਾ ਹੈ ਕਿ ਜਿਹੜੀ ਭਾਸ਼ਾ ਸੀ ਪਹਿਲਾਂ ਅਸ਼ੁੱਧ ਰੂਪ ਵਿੱਚ ਸੀ, ਉਹ ਸਿਰਫ ਬੋਲੀ ਜਾਂਦੀ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਅਸ਼ੁੱਧ ਰੂਪ ਦੇਣ ਦੀ ਲੋੜ ਮਹਿਸੂਸ ਹੋਈ। ਤਾਂ ਜਿਹੜੇ ਭਾਸ਼ਾ ਵਿਗਿਆਨੀ ਹੈ ਬੱਚੇ, ਉਹਨਾਂ ਦੁਆਰਾ ਜਿਹੜੇ ਨੇਮ ਬਣਾਏ ਗਏ, ਉਹਨਾਂ ਨੇਮਾਂ ਦੇ ਸਮੂਹ ਨੂੰ ਅਸੀਂ ਵਿਆਕਰਨ ਕਹਿੰਦੇ ਹਾਂ। ਜੋ ਵਿਆਕਰਨ ਨਾ ਹੋਵੇ ਤਾਂ ਕੋਈ ਵੀ ਭਾਸ਼ਾ ਸ਼ੁੱਧ ਰੂਪ ਧਾਰਨ ਨਹੀਂ ਕਰ ਸਕਦੀ। ਇਹ ਵਿਆਕਰਨ ਹੀ ਹੈ ਜੋ ਸਾਨੂੰ ਠੀਕ ਬੋਲਣਾ, ਠੀਕ ਲਿਖਣਾ ਅਤੇ ਠੀਕ ਪੜ੍ਹਨਾ ਸਿਖਾਉਂਦੀ ਹੈ। ਜੇ ਵਿਆਕਰਨ ਨਾ ਹੁੰਦਾ ਤਾਂ ਅਸੀਂ ਕਿਸੇ ਵੀ ਵਾਕ ਨੂੰ, ਸੈਂਟੈਂਸ ਨੂੰ ਸ਼ੁੱਧ ਰੂਪ ਵਿੱਚ ਨਹੀਂ ਲਿਖ ਸਕਦੇ। ਸੋ ਬੱਚੇ, ਹੁਣ ਭਾਸ਼ਾ ਦੀ ਵਿਆਕਰਨ ਦੀ ਕੀ ਪਰਿਭਾਸ਼ਾ ਹੈ? ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਪ੍ਰਦਾਨ ਕਰਨ ਦੇ ਲਈ ਭਾਸ਼ਾ ਵਿਦਵਾਨਾਂ ਨੇ ਕੁਝ ਨੇਮ ਬਣਾਏ ਹਨ। ਇਹਨਾਂ ਨੇਮਾਂ ਦੇ ਸਮੂਹ ਨੂੰ ਹੀ ਵਿਆਕਰਨ ਆਖਦੇ ਹਨ। ਸੋ ਹੁਣ ਬੱਚੇ, ਵਿਆਕਰਨ ਦੇ ਅੱਗੇ 4 ਭਾਗ ਹਨ। ਵਿਆਕਰਨ ਦੇ 4 ਭਾਗ ਹਨ। ਮੈਂ ਤੁਹਾਨੂੰ ਡਾਇਗਰਾਮ ਦੇ ਨਾਲ ਦੱਸਦੀ ਹਾਂ ਕਿ ਵਿਆਕਰਨ ਦੇ 4 ਭਾਗ ਕਿਹੜੇ-ਕਿਹੜੇ ਹਨ। ਪਹਿਲਾ ਭਾਗ ਅੱਖਰ ਜਾਂ ਵਰਨਬੋਧ। ਪਹਿਲਾ ਭਾਗ ਹੈ ਅੱਖਰ ਜਾਂ ਵਰਨਬੋਧ। ਦੂਜਾ ਭਾਗ ਹੈ ਸ਼ਬਦਬੋਧ। ਤੀਜਾ ਭਾਗ ਹੈ ਵਾਕਬੋਧ ਅਤੇ ਚੌਥਾ ਭਾਗ ਹੈ ਅਰਥਬੋਧ। ਸੋ ਬੱਚੇ, ਇਹਦੇ ਵਿੱਚ ਤੁਸੀਂ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਾਂਗੀ, ਉਹ ਤੁਸੀਂ ਦੱਸਣਾ ਹੈ ਕਿ ਵਿਆਕਰਨ ਕਿਸ ਨੂੰ ਕਹਿੰਦੇ ਹਨ। ਦੂਜਾ ਕੁਐਸਚਨ, ਅੱਖਰ ਜਾਂ ਵਰਨਬੋਧ ਕੀ ਹੁੰਦਾ ਹੈ। ਤੀਜਾ, ਸ਼ਬਦਬੋਧ ਤੋਂ ਕੀ ਭਾਵ ਹੈ। ਚੌਥਾ, ਵਾਕਬੋਧ ਤੋਂ ਕੀ ਭਾਵ ਹੈ। ਸੋ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਖਰ ਜਾਂ ਵਰਨਬੋਧ ਕੀ ਹੁੰਦਾ ਹੈ। ਅੱਖਰ ਜਾਂ ਵਰਨਬੋਧ ਵਿਆਕਰਨ ਦਾ ਉਹ ਅੰਗ ਜਾਂ ਭਾਗ ਹੈ ਜਿਸ ਤੋਂ ਅੱਖਰਾਂ ਜਾਂ ਵਰਨਾਂ, ਲਗਾ ਮਾਤਰਾਵਾਂ ਅਤੇ ਲਗਾਖਰਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ। ਅੱਖਰ ਜਾਂ ਵਰਨਬੋਧ ਤੋਂ ਸਾਨੂੰ ਅੱਖਰਾਂ, ਵਰਨਾਂ ਜਾਂ ਲਗਾ ਮਾਤਰਾਵਾਂ ਅਤੇ ਲਗਾਖਰਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ। ਨੈਕਸਟ ਬੱਚੇ ਹੈ
ਸ਼ਬਦ ਬੋਧ ਕੀ ਹੁੰਦਾ ਹੈ? ਸ਼ਬਦ ਬੋਧ ਵਿਆਕਰਨ ਦਾ ਉਹ ਅੰਗ ਜਾਂ ਭਾਗ ਹੈ ਜਿਸ ਤੋਂ ਸ਼ਬਦਾਂ ਦੀ ਬਣਤਰ, ਸ਼ਬਦਾਂ ਦੀ ਰਚਨਾ, ਸ਼ਬਦ ਵੰਡ, ਸ਼ਬਦ ਰੂਪਾਂਤਰਨ ਆਦਿ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸੋ ਬੱਚੇ ਨੈਕਸਟ ਹੈ ਵਾਕ ਬੋਧ ਕੀ ਹੁੰਦਾ ਹੈ? ਵਾਕ ਬੋਧ ਹੁਣ ਕੀ ਹੁੰਦਾ ਹੈ ਬੱਚੇ? ਵਾਕ ਬੋਧ ਵਿਆਕਰਨ ਦਾ ਉਹ ਅੰਗ ਜਾਂ ਭਾਗ ਹੈ ਜਿਸ ਰਾਹੀਂ ਸਾਨੂੰ ਵਾਕ ਵੰਡ, ਵਾਕ ਵਟਾਂਦਰਾ, ਵਾਕ ਵਿਚਾਰ ਜਾਂ ਵਿਸ਼ਰਾਮ ਚਿੰਨ੍ਹਾਂ ਬਾਰੇ ਪਤਾ ਲੱਗਦਾ ਹੈ। ਇਹ ਬੱਚੇ ਸਾਨੂੰ ਹੈਡਿੰਗ ਤੋਂ ਹੀ ਕਲੀਅਰ ਹੋ ਜਾਂਦਾ ਹੈ ਕਿ ਵਾਕ ਬੋਧ ਕੀ ਹੁੰਦਾ ਹੈ, ਜਿਹਦੇ ਵਿੱਚ ਸਾਨੂੰ ਵਾਕਾਂ ਦੀ ਰਚਨਾ, ਵਾਕ ਵੰਡ ਜਾਂ ਵਾਕ ਵਿਸ਼ਰਾਮ ਚਿੰਨ੍ਹਾਂ ਬਾਰੇ ਪਤਾ ਲੱਗਦਾ ਹੈ। ਨੈਕਸਟ ਬੱਚੇ ਚੌਥਾ ਹੈ ਆਪਣਾ ਅਰਥਬੋਧ। ਹੁਣ ਬੱਚੇ ਅਰਥਬੋਧ ਕੀ ਹੁੰਦਾ ਹੈ? ਅਰਥਬੋਧ ਵਿਆਕਰਨ ਦਾ ਉਹ ਅੰਗ ਜਾਂ ਭਾਗ ਹੈ ਜਿਸ ਤੋਂ ਸਾਨੂੰ ਅਰਥਾਂ ਬਾਰੇ, ਵਿਰੋਧੀ ਸ਼ਬਦਾਂ ਬਾਰੇ, ਸਮਾਨ ਅਰਥਕਾਂ ਬਾਰੇ, ਬਹੁ ਅਰਥਕ ਸ਼ਬਦਾਂ ਬਾਰੇ, ਭਾਵ ਜਿਹੜੇ ਕਿ ਸ਼ਬਦ ਹੁੰਦੇ ਹਨ, ਸ਼ਬਦਾਂ ਦਾ ਸਾਨੂੰ ਜਿਸ ਤੋਂ ਪਤਾ ਲੱਗਦਾ ਹੈ, ਜਿਵੇਂ ਵਿਰੋਧੀ ਸ਼ਬਦ, ਸਮਾਨ ਅਰਥਕ ਸ਼ਬਦ, ਬਹੁ ਅਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਦਿ ਨਿਯਮਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ, ਉਸ ਨੂੰ ਅਸੀਂ ਅਰਥਬੋਧ ਕਹਿੰਦੇ ਹਾਂ। ਸੋ ਬੱਚੇ ਇੱਥੇ ਇੱਕ ਕੁਐਸਚਨ ਬਣਦਾ ਹੈ, ਉਹਦਾ ਤੁਸੀਂ ਆਨਸਰ ਦੇਣਾ ਹੈ ਕਿ ਅਰਥਬੋਧ ਤੋਂ ਕੀ ਭਾਵ ਹੈ। ਸੋ ਬੱਚੇ ਨੈਕਸਟ ਹੈ ਲਿਪੀ। ਲਿਪੀ ਕਿਸ ਨੂੰ ਕਹਿੰਦੇ ਹਨ? ਲਿਪੀ ਕਿਸ ਨੂੰ ਕਹਿੰਦੇ ਹਨ? ਹੁਣ ਲਿਪੀ ਕੀ ਹੁੰਦੀ ਹੈ ਬੱਚੇ? ਲਿਪੀ ਜਿਵੇਂ ਅਸੀਂ ਸੈਂਟੈਂਸ ਲਿਖਦੇ ਹਾਂ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਕਿੱਥੋਂ ਦੇ ਰਹਿਣ ਵਾਲੇ ਹੋ? ਇਹ ਬੱਚੇ ਇੱਕ ਸੈਂਟੈਂਸ ਹੋ ਗਿਆ। ਨੈਕਸਟ ਅਸੀਂ ਲਿਖਦੇ ਹਾਂ ਆਪ कहाँ के रहने वाले हो? आप कहाँ के रहने वाले हो? नेक्स्ट बच्चे आ गया वेयर आर यू फ्रॉम? वेयर आर यू फ्रॉम? इन्हां तिन्नां वाकां नूं पढ़ो अते बोलो। इन्हां तिन्नां वाकां दा बच्चे इक्को ही अर्थ है। तुसी कित्थों दे रहण वाले हो, आप कहाँ के रहने वाले हो, वेयर आर यू फ्रॉम। ਇਹ ਬੱਚੇ ਸਿਰਫ ਇਹੀ ਫਰਕ ਹੈ ਕਿ ਇਹਦੇ ਵਿੱਚ ਸਿਰਫ ਜਿਹੜਾ ਪਹਿਲਾ ਵਾਕ ਹੈ ਬੱਚੇ ਉਹ ਆਪਣਾ ਪੰਜਾਬੀ ਵਿੱਚ ਹੈ, ਅਤੇ ਦੂਜਾ ਵਾਕ ਹੈ ਜਿਹੜਾ ਉਹ ਦੂਜਾ ਹਿੰਦੀ ਵਿੱਚ ਹੈ, ਅਤੇ ਤੀਸਰਾ ਵਾਕ ਸਾਡਾ ਅੰਗਰੇਜ਼ੀ ਭਾਸ਼ਾ ਵਿੱਚ ਹੈ। ਅਤੇ ਇਹਨਾਂ ਵਾਕਾਂ ਨੂੰ ਬੋਲਣ ਸਮੇਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਵਾਕ ਜਿਹੜੇ ਹੈਗੇ ਆ ਵੱਖ-ਵੱਖ ਭਾਸ਼ਾਵਾਂ ਵਿੱਚ ਹਨ, ਪਰ ਇਹਨਾਂ ਨੂੰ ਲਿਖਣ ਲਈ ਵਰਤੇ ਗਏ ਜਿਹੜੇ ਹੈਗੇ ਚਿੰਨ੍ਹ ਹੈ ਉਹ ਇੱਕੋ ਹਨ, ਅਤੇ ਉਹਨੂੰ ਅਸੀਂ ਲਿਪੀ ਕਹਿੰਦੇ ਹਾਂ। ਸੋ ਬੱਚੇ ਜਿਵੇਂ ਅਸੀਂ ਪੜ੍ਹਦੇ ਹਾਂ ਬੁੱਕ 'ਚ ਸਾਡੇ ਦਿੱਤਾ ਗਿਆ ਹੈ ਕਿ ਇਹਨਾਂ ਵਾਕਾਂ ਨੂੰ ਬੋਲਣ ਸਮੇਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸਾਰੇ ਵਾਕ ਵੱਖ-ਵੱਖ ਭਾਸ਼ਾਵਾਂ ਵਿੱਚ ਹਨ, ਪਰ ਇਹਨਾਂ ਨੂੰ ਲਿਖਣ ਲਈ ਵਰਤੇ ਗਏ ਚਿੰਨ੍ਹ ਇੱਕੋ ਹਨ। ਇਹ ਗੁਰਮੁਖੀ ਦੇ ਚਿੰਨ੍ਹ ਹਨ। ਗੁਰਮੁਖੀ ਪੰਜਾਬੀ ਭਾਸ਼ਾ ਦੀ ਲਿਪੀ ਹੈ। ਇੱਥੇ ਬੱਚੇ ਕੁਐਸਚਨ ਬਣਦਾ ਹੈ ਕਿ ਗੁਰਮੁਖੀ ਪੰਜਾਬੀ ਭਾਸ਼ਾ ਦੀ ਲਿਪੀ ਦਾ ਕੀ ਨਾਮ ਹੈ? ਗੁਰਮੁਖੀ ਪੰਜਾਬੀ ਭਾਸ਼ਾ ਦੀ ਲਿਪੀ ਹੈ ਕਿਸੇ ਭਾਸ਼ਾ ਨੂੰ ਲਿਖਣ ਲਈ ਜਿਨ੍ਹਾਂ ਅੱਖਰਾਂ, ਚਿੰਨ੍ਹਾਂ, ਲਗਾ ਮਾਤਰਾਵਾਂ, ਲਗਾਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਦੇ ਇਕੱਠ ਨੂੰ ਲਿਪੀ ਆਖਦੇ ਹਨ। ਇਹ ਬੱਚੇ ਲਿਪੀ ਦੀ ਪਰਿਭਾਸ਼ਾ ਹੈ ਕਿ ਕਿਸੇ ਭਾਸ਼ਾ ਨੂੰ ਲਿਖਣ ਲਈ ਜਿਨ੍ਹਾਂ ਅੱਖਰਾਂ, ਚਿੰਨ੍ਹਾਂ, ਲਗਾ ਮਾਤਰਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੇ ਇਕੱਠ ਨੂੰ ਲਿਪੀ ਆਖਦੇ ਹਾਂ। ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ, ਜਿਵੇਂ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ, ਹਿੰਦੀ ਭਾਸ਼ਾ ਦੀ ਲਿਪੀ ਦੇਵਾਨਾਗਰੀ ਹੈ, ਅਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਰੋਮਨ ਹੈ। ਸੋ ਬੱਚੇ ਇਸ ਪਾਠ ਨੂੰ ਤੁਸੀਂ ਪੜ੍ਹਨਾ ਹੈ ਅਤੇ ਇਸ ਦੇ ਕੁਐਸਚਨ ਆਨਸਰਾਂ ਦਾ ਤੁਸੀਂ ਆਨਸਰ ਦੇਣੇ ਹਨ। ਵੀ ਵਿਲ ਮੀਟ ਇਨ ਦਾ ਨੈਕਸਟ ਕਲਾਸ। ਥੈਂਕ ਯੂ ਸੋ ਮਚ।